ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਦਸਮ ਗੁਰੂ ਸਾਹਿਬਾਨ, ਕਿਰਪਾ ਕਰਨਾ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਸਤਨਾਮ ਦੀ ਗੱਲ ਕਰਨ ਨੂੰ ਨਿਕਲੇ ਸੀ। ਮਹਾਰਾਜ ਕਿਰਪਾ ਕਰਨ। ਸੱਤ ਸ਼ਬਦ ਹੀ ਸਿਰਫ ਮੈਂ ਲੱਗਦਾ ਅੱਜ ਕਰ ਪਾਵਾਂਗੇ, ਕਿਉਂਕਿ ਪਹਿਲਾਂ ਹੀ ਸੱਤ ਸ਼ਬਦ ਸੱਚ ਦੇ ਨਾਲ ਵਾਰ ਰੱਖਦਾ ਹੈ। ਜੀਵਨ ਵਿੱਚ ਕੀ ਸੱਤ ਹੈ, ਕੀ ਨਹੀਂ ਹੈ, ਇਹ ਜੀਵਨ ਦੇ ਗਹਿਨ ਵਿੱਚ ਉਤਰ ਕੇ ਹੀ ਸਮਝ ਆਉਂਦਾ ਹੈ। ਮੇਰਾ ਨਾਮ ਅੱਜ ਕੁਝ ਹੈ, ਆਪ ਅੱਜ ਪੁੱਛੋਗੇ ਤਾਂ ਮੈਂ ਆਪਣਾ ਨਾਮ ਦੱਸਾਂਗਾ। ਹੁਣ ਕੋਈ ਵੀਰ ਕੈਨੇਡਾ ਜਾਂਦੇ ਹੈ, ਉੱਥੇ ਜਾ ਕੇ ਨਾਮ ਬਦਲ ਜਾਂਦਾ ਹੈ। ਕੁਝ ਸਾਲ ਬਾਅਦ ਉਹਨੂੰ ਮਿਲਣ ਜਾਓਗੇ ਤੇ ਮੈਨੂੰ ਮਿਲਣਾ ਉਹ ਤਾਂ ਨਾ ਕੁਝ ਹੋਰ ਹੋਏਗਾ। ਤਾਂ ਪ੍ਰਸ਼ਨ ਬਣੇਗਾ, ਫਿਰ ਕੀ ਨਾਂ ਹੈ ਤੁਹਾਡਾ? ਉਹ ਨਾਂ ਹੈ ਕਿ ਇਹ ਨਾਂ ਹੈ? ਇਹਦਾ ਜਵਾਬ ਆਏਗਾ ਕਿ ਉਹ ਵੀ ਨਾਂ ਮੇਰਾ ਹੈ, ਇਹ ਵੀ ਨਾਂ ਮੇਰਾ ਹੈ। ਉਹ ਉੱਥੇ ਵਾਸਤੇ ਸੀ, ਇਹ ਇੱਥੇ ਵਾਸਤੇ ਹੈ। ਇੱਥੇ ਬਾਅਦ ਰੈਫਰੈਂਸ ਟੂ ਕੰਟੈਕਸਟ ਹੋ ਜਾਏਗਾ। ਸੱਤ ਜਿਹੜਾ ਹੈ ਉਹਦਾ ਕੋਈ ਫਰੇਮਵਰਕ ਦੇ ਵਿੱਚ ਸੱਤ ਰਹੇਗਾ, ਉਸ ਤੋਂ ਹਟਾ ਦਿਓਗੇ ਤੇ ਉਹ ਸੱਤ ਨਹੀਂ ਰਹੇਗਾ। ਜਿਵੇਂ ਮੈਂ ਕਹਾਂਗਾ ਇਹ ਜਨ ਕਿੱਥੇ ਖੜਾ ਹੈ, ਤਾਂ ਤੁਸੀਂ ਕਹੋਗੇ ਜੀ ਇੰਨਾ ਲੌਂਗੀਟਿਊਡ, ਇੰਨਾ ਆਲਟੀਟਿਊਡ, ਤਾਂ ਉਹ ਵੀ ਸੱਤ ਨਾ ਹੋਇਆ। ਤੁਹਾਨੂੰ ਇਹ ਵੀ ਦੱਸਣਾ ਪੜੇਗਾ ਸਮਾਂ ਕੀ ਹੈ, ਸਾਲ ਕੀ ਹੈ, ਘੜੀ ਕੀ ਹੈ, ਕਿਉਂਕਿ ਦੇਖੋ ਹਰ ਚੀਜ਼ ਚੇਂਜਿੰਗ ਵਿੱਚ ਹੈ। ਧਰਤੀ ਹਿਲ ਰਹੀ ਹੈ ਸੂਰਜ ਦੇ ਆਲੇ ਦੁਆਲੇ, ਸੂਰਜ ਹਿਲ ਰਿਹਾ ਹੈ, ਯੂਨੀਵਰਸ ਸੋਲਰ ਸਿਸਟਮ ਹਿਲ ਰਿਹਾ ਹੈ ਗੈਲੈਕਸੀ ਦੇ ਸੈਂਟਰ ਦੇ ਆਲੇ ਦੁਆਲੇ। ਗੈਲੈਕਸੀ ਹਿਲ ਰਹੀ ਹੈ ਤੇ ਇਹ ਇੱਕ ਚੇਂਜ ਔਨ ਚੇਂਜ ਔਨ ਚੇਂਜ ਹੈ। ਅਗਰ ਆਪ ਅਸਲ ਰੂਪ ਵਿੱਚ ਪੁੱਛੋ ਤਾਂ ਜਿੱਥੇ ਤੁਸੀਂ ਪਿਛਲੀ ਘੜੀ ਖੜੇ ਸੀ, ਅਗਲੀ ਘੜੀ ਉੱਥੇ ਨਹੀਂ ਹੋ, ਚਾਹੇ ਤੁਸੀਂ ਖੜੇ ਹੋ ਉੱਥੇ। ਤਾਂ ਸੱਤ ਕੀ ਹੋਏਗਾ? ਹੁਣ ਪ੍ਰਸ਼ਨ ਬੜਾ ਵੱਡਾ ਬਣੇਗਾ ਕਿ ਮੈਂ ਆਪ ਨੂੰ ਪੁੱਛਾਂਗਾ ਕਿ ਆਪ ਉੱਥੇ ਹੀ ਖੜੇ ਹੋ, ਆਪ ਕਹੋਗੇ ਹਾਂ, ਪਰ ਉਹ ਝੂਠ ਹੈ, ਉਹ ਸੱਤ ਨਹੀਂ ਹੈ। ਦਰਅਸਲ ਕੀ ਹੈ, ਸੱਤ ਅਗਰ ਚੇਂਜਿੰਗ ਸਰਕਮਸਟੈਂਸਸ ਦੇ ਉੱਪਰ ਰਹੇਗਾ ਤੇ ਉਹ ਕਦੇ ਸੱਤ ਹੋ ਹੀ ਨਹੀਂ ਸਕਦਾ। ਆਪ ਸਮਝ ਰਹੇ ਹੋ? ਕਿਉਂਕਿ ਚੇਂਜ ਜਦ ਫਾਊਂਡੇਸ਼ਨ ਹੀ ਚੇਂਜ ਹੁੰਦੀ ਜਾ ਰਹੀ ਹੈ ਤਾਂ ਉੱਪਰ ਮੈਂ ਉੱਥੇ ਜੋ ਵਸਤੂ ਰੱਖਾਂਗਾ ਉਹ ਵੀ ਚੇਂਜ ਹੁੰਦੀ ਜਾਏਗੀ। ਹੁਣ ਮੈਂ ਲਿਖਾਰੀ ਬਣ ਕੇ ਕਿਸੇ ਪੰਨੇ ਤੇ ਕੁਝ ਲੇਖ ਲਿਖ ਦਿੰਦਾ, ਪਰ ਉਹ ਅਗਰ ਪੰਨਾ ਹੀ ਬਦਲਦਾ ਜਾਏਗਾ, ਉਹਦਾ ਰੰਗ ਬਦਲਦਾ ਜਾਏਗਾ, ਜਾਂ ਉਹ ਸੈਲਫ ਡਿਸਟਰੋਏ ਹੋਣ ਜੋਗਾ ਹੈ, ਤਾਂ ਫਿਰ ਉਹ ਲੇਖ ਵੀ ਕਿਸ ਕੰਮ ਦੇ ਹੋਣੇ? ਆਪ ਸਮਝ ਰਹੇ ਹੋ? ਕਈ ਇਸ ਤਰ੍ਹਾਂ ਦੇ ਲੇਖ ਹੁੰਦੇ ਆ ਕਿ ਉਹਨਾਂ ਨੂੰ ਤੁਸੀਂ ਕਾਗਜ਼ ਹੁੰਦੇ ਕਿ ਉਹਨਾਂ ਨੂੰ ਅੱਗ ਵਿੱਚ ਪਾਓ ਤੇ ਉਹ ਜਲਦੇ ਨਹੀਂ, ਉਹਨਾਂ ਵਿੱਚ ਅੱਖਰ ਬਦਲ ਜਾਂਦੇ ਰੰਗ। ਕਈ ਇਸ ਤਰ੍ਹਾਂ ਦੇ ਹੁੰਦੇ ਪਏ ਗਲ ਜਾਂਦੇ ਕਾਗਜ਼। ਤਾਂ ਸਮੇਂ ਨਾਲ ਤੇ ਉਹ ਸਭ ਅੱਖਰ ਵੀ ਗਏ ਤੇ ਕਾਗਜ਼ ਵੀ ਗਿਆ, ਤੇ ਕੀ ਸੱਤ ਰਿਹਾ? ਤਾਂ ਸੱਤ ਦਾ ਰੈਫਰੈਂਸ ਟੂ ਕੰਟੈਕਸਟ ਇਹ ਇੱਕ ਬੜਾ ਜ਼ਰੂਰੀ ਹੈ ਕਿ ਜਿਤਨਾ ਲੰਬਾ ਸਪੈਨ ਹੋਏਗਾ, ਜਿਤਨੇ ਲੰਬੇ ਟਾਈਮ ਵਿੱਚ ਅਸੀਂ ਕਿਸੇ ਚੀਜ਼ ਨੂੰ ਦੇਖਾਂਗੇ, ਉਤਨਾ ਉਹ ਸੱਤ ਹੈ। ਪਰ ਇੱਥੇ ਹੋਰ ਵੀ ਗੱਲਾਂ ਨੇ। ਦੇਖੋ ਗੱਲ ਕੀ ਹੈ ਕਿ ਨਿਰਾਕਾਰ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਇਹ ਚੇਂਜ ਦੇ ਬੇਸਿਸ ਤੇ ਬਣੀ ਹੈ। ਇੱਥੇ ਚੇਂਜ ਜਿਹੜਾ ਹੈ ਉਹ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ। ਸਮਝ ਰਹੇ ਆਪ ਕਿ ਇਹ ਸਾਰੀ ਕ੍ਰੀਏਸ਼ਨ ਜਿਹੜੀ ਸਾਨੂੰ ਦਿਖਦੀ ਹੈ, ਜਿਹੜੀ ਇੰਦਰੀਆਂ ਦੇ ਨਾਲ ਫੀਲ ਹੁੰਦੀ ਹੈ, ਉਹ ਐਵਰ ਚੇਂਜਿੰਗ ਹੈ, ਇਟਸ ਨੈਵਰ ਦ ਸੇਮ। ਮਹਾਰਾਜ ਕਹਿੰਦੇ ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਓਂਕਾਰ। ਉਹ ਤਾਂ ਕਹਿ ਰਹੇ ਸਾਰਾ ਪਸਾਰਾ ਹੀ ਬਦਲ। ਕਈ ਵਾਰ ਅਸੀਂ ਅਰਥ ਦੀ ਹੀ ਹਿਸਟਰੀ ਦੇਖਦੇ ਹਾਂ, ਕਿਤਨੇ ਮਿਲੀਅਨ ਈਅਰ ਅਰਥ ਦੀ ਹਿਸਟਰੀ ਹੈ। 6 ਵਾਰ ਮਾਸ ਐਕਸਟਿੰਕਸ਼ਨ ਹੋ ਚੁੱਕੀ ਹੈ, ਅਲੱਗ-ਅਲੱਗ ਕਾਰਨਾਂ ਕਰਕੇ ਸਾਰੇ ਜੀ ਮਰ ਚੁੱਕੇ, ਕੁਝ ਥੋੜੇ ਜਿਹੇ ਰਹਿ ਜਾਂਦੇ ਆ, ਫਿਰ ਸਾਰੀ ਸ੍ਰਿਸ਼ਟੀ ਫਿਰ ਬਣਦੀ ਹੈ, ਫਿਰ ਸਾਰਾ ਸਾਈਕਲ ਚੱਲਦਾ ਹੈ। ਤਾਂ ਇਹ ਗੁਰੂ ਸਾਹਿਬ ਨੇ ਵੀ ਸਾਨੂੰ ਜਦੋਂ ਬਗਦਾਦ ਦੀ ਪੀਰ ਨਾਲ, ਦਸਤਗੀਰ ਨਾਲ, ਤੇ ਉਹਨਾਂ ਨੇ ਵੀ ਉਸ ਨੂੰ ਇਹੀ ਕਿਹਾ ਕਿ ਭਾਈ ਤੂੰ ਉੱਪਰ ਆ, ਮੈਂ ਥੱਲੇ ਜਾਵਾਂ। ਇਹ ਚੇਂਜ ਉਹਦਾ ਕੰਮ ਹੈ, ਇਹ ਨਿਰਾਕਾਰ ਚੇਂਜ ਲਿਆਂਦਾ ਹੈ। ਇਹਦਾ ਕੰਮ
ਇਹਨੂੰ ਫੀਲ ਕੀਤਾ ਜਾਂਦਾ ਚੇਂਜ ਦੇ ਜ਼ਰੀਏ, ਪਰ ਇਹ ਚੇਂਜ ਕਰਦਾ ਕਿੱਥੋਂ ਹੈ? ਜਿਵੇਂ ਅਸੀਂ ਕਿਸੇ ਗੱਡੀ ਨੂੰ ਧੱਕਾ ਮਾਰੀਏ, ਸਾਨੂੰ ਇੱਕ ਸਟੇਬਲ ਗਰਾਊਂਡ ਚਾਹੀਦਾ ਤਾਂ ਚੇਂਜ ਲਿਆਵਾਂਗੇ। ਜੇ ਮੈਂ ਵੀ ਗੱਡੀ ਨਾਲ, ਮੇਰੀ ਵੀ ਧਰਤੀ ਹਿੱਲ ਰਹੀ ਹੋਏਗੀ ਤਾਂ ਮੈਂ ਚੇਂਜ ਕਿਵੇਂ ਲਿਆਵਾਂਗਾ? ਇਵੇਂ ਨਿਰਾਕਾਰ ਨੌਨ ਡੂਇੰਗ ਤੋਂ ਡੂਇੰਗ ਵਿੱਚ ਕਰਦਾ ਹੈ, ਬੀਇੰਗ ਤੋਂ ਡੂਇੰਗ ਵਿੱਚ ਆਉਂਦਾ ਹੈ। ਉਹਦੇ ਹੋਣਾ ਜਿਹੜਾ ਹੈ ਉਸ ਤੋਂ ਉਹ ਚੇਂਜ ਲਿਆਂਦਾ ਹੈ। ਤਾਂ ਉਹਦਾ ਸੱਤ ਜਿਹੜਾ ਹੈ ਕੀ ਹੈ ਦੁਨੀਆ ਦਾ, ਜੋ ਅਸੀਂ ਦੇਖ ਰਹੇ ਹਾਂ ਉਹਦੇ ਵਿੱਚ ਕੀ ਸੱਤ ਹੈ? ਮੇਰੇ ਸੈਂਸਸ ਨਾਲ ਜੋ ਵੀ ਦਿਖਦਾ ਹੈ ਉਹ ਸਭ ਚੇਂਜਿੰਗ ਮਾਈਂਡ ਵੀ ਹੈ ਔਰ ਚੇਂਜਿੰਗ ਸਰਕਮਸਟੈਂਸਸ ਵੀ ਨੇ। ਨਾ ਤਾਂ ਇਹ ਦੀਵਾਰਾਂ ਉੱਥੇ ਨੇ ਜਿੱਥੇ ਪਹਿਲਾਂ ਸੀਗੀਆਂ, ਨਾ ਤੇ ਇਹ ਖਿੜਕੀਆਂ ਉੱਥੇ ਸੀ ਜਿੱਥੇ ਪਹਿਲਾਂ ਸੀਗੀਆਂ। ਇਹ ਸਭ ਕੁਝ ਬਦਲ ਰਿਹਾ ਹੈ। ਹੋ ਸਕਦਾ ਹੈ ਸਮੇਂ ਦੇ ਚੱਲਣ ਨਾਲ ਸਾਨੂੰ ਇਹ ਰਿਐਲਿਟੀ ਦਿਖੇਗੀ, ਅੱਜ ਨਹੀਂ ਦਿਖ ਰਹੀ। ਜਿਵੇਂ ਮਹਾਰਾਜ ਨੇ ਜ਼ਫਰਨਾਮੇ ਵਿੱਚ ਬਚਨ ਕੀਤਾ, बीबी गर्दिशे बेवफाए जमा के बरहर बगुजर मकीनो मकान। देख समा बेवफा है, जमाना जिहड़ा है यह बेवफा है। समय दे गुजरन नाल ना मकान रहिंदा है, ना मकान विच रहण वाला रहिंदा है। हुण इसमें असीं देखिए 50 साल के कॉन्टैक्स्ट में असीं कहांगे नहीं वो तां हैण उत्थे ही। 100 साल तुसीं देखोगे सब बदल गया, 200 साल होर बदल गया, ना मकान रहा ना मकान दे विच रहण वाला रहा। तां की रहा? तुसीं हुण इत्थे विचारना जरा डूंगी। गुरु गोबिंद सिंह साहब दी धरती उन्हां कोल नहीं सी जदों उन्हां ने जफरनामा लिखिया। मटीरियली हथ विच मेरे कुछ भी नहीं सीगा उन्हां दे, अपनी स्पिरिट दी रियलिटी तो उन्हां ने प्रगट कीता। अज उन्हां दे घर बागो बाग भरे ने, औरंगजेब दे घर खंडर ने। दरअसल वो है ही नहीं जो स्पिरिट दे विच रियलिटी नहीं है। जिसने अपने तत्व नूं नहीं जानिया वो तो आप ही नहीं है, उहदा घर की रहना है? अब सच्चे पातशाह निराकार दे विचों हुक्म नाल उन्हां दे आए, सेवा करन इत्थे उतरे। अपने जीवन विच उन्हां ने नाम प्रगट किया, प्रेम प्रगट किया। उन्हां दे पैर, एक पैर हमेशा सत दे विच खड़ा है। भावें वो जंगा लड़ते ने, उन्हां दा मन निराकार नाल जुड़िया है, उन्हां दा मन स्थिर है। ये सारे चेंज नूं वो देख रहे हैं, पर महाराज रंग कुछ होर ने। महाराज सानू समझा रहे हैं, देखो विक्टरी जीवन विच सिर्फ स्पिरिचुअल होंदी है, बाकी कोई विक्टरी है ही नहीं। बाकी सब हार के जावांगे, यह तो बड़ी तय चीज है। इसे करके यदि एक अर्जेंसी आ जाती है इस सबजैक्ट दे विच, क्योंकि सत वो है जिहड़ा नाम नाल आधार होके नाम दे विच जिहदा बीज पिया होए, और जिहदा बीज नाम दे विच नहीं पिया होएगा वो वैसे ही मुकण वाला समय नाल। गुरु साहब कई बार सानू आदेश भी कर दिंदे हैं कि भाई मेरा तो मीत भी वही है, जिहड़ा हमशहरी भी वही है, जिहड़ा इस शहर दा वासी होए, जिहड़ा काल रहत होए, नहीं तो काहदा मीत होया? जिसने अपने आप नूं ही नहीं जानिया वो तो हार के जाएगा ही। महाराज गुरु साहब सानू जपजी साहब विच बड़े प्यार नाल समझा दिंदे आ, मन जीते जग जीत। जिसने अपने मन की तह नूं नहीं जानिया, अपने सत नूं नहीं जानिया, निराकार रूपी प्रगट जोत नूं मन दे अंदर नहीं जानिया, उन्हें कुछ भी नहीं जानिया। वो तो हार के जाण वाला है, और जिन्हें जान लिया उहदी जित नूं कोई नहीं रोक सकदा। वही तो जित के जा रहे ने, सारी सृष्टि की जित ही उत्थे है। तो गुरु गोबिंद सिंह महाराज की अज भी उस तरह, क्योंकि जड़ा जड़ियां पाताल विच ने, जड़ा जड़ियां ने निराकार दे विच ने, जड़ा जड़ियां ने नाम दे विच ने। इस करके पंथ भी निराला उन्हां दा चलदा है, उन्हां दे सिख भी चलदे। अज उन्हां दे नां ते सीस देण वाले कितने फिरदे, अज भी फिरदे। समय नाल कुछ नहीं मुक्या। यह टेस्ट है इस गल दा, क्योंकि स्पिरिट दे रूप विच साहिब हाजिर ने। पता नहीं मैनू याद, आप नूं याद है कि नहीं याद है, 84 के माहौल जदों इतना अकाल आया सी, कितनी बार बाज प्रगट होए सन। पता नहीं हुण सच झूठ ते नहीं, पर बाज की प्रगट की गल तां आई सी सामने। कई बार पटियाले होया, कई बार किधरे होया। जिवें कोई सुनेहा भेजदे होण, उसनूं जिहड़ा कि सिर्फ सीन माइंड नूं जाणदा है, सिर्फ
ਇੰਦਰੀਆਂ ਨਾਲ ਜਿਹੜਾ ਰਾਵਾ ਰੱਖਦਾ ਉਹਨੂੰ ਵੀ ਸੁਨੇਹਾ ਭੇਜ ਦਿੰਦੇ ਹੋਣ। ਮਹਾਰਾਜ ਤਾਂ ਇਹੀ ਕਹਿ ਰਹੇ ਜ਼ਫਰਨਾਮੇ ਵਿੱਚ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਣ ਦੇ ਉਹ ਐਸ਼ਾ। ਤੈਨੂੰ ਕੀ ਲੱਗਦਾ ਕਿ ਮੇਰੇ ਸਾਜ਼ ਚਲੇ ਗਏ, ਬਾਜ਼ ਚਲੇ ਗਏ, ਮੇਰੇ ਮਹਿਲ ਚਲੇ ਗਏ, ਇਹਦੇ ਨਾਲ ਮੇਰਾ ਆਨੰਦ ਘਟ ਗਿਆ? ਰੱਤੀ ਭਰ ਨਹੀਂ ਘਟਿਆ। ਇਹ ਇੱਕ ਲਾਈਨ ਹੀ ਬਥੇਰੀ ਹੈ ਔਰੰਗਜ਼ੇਬ ਨੂੰ ਮਾਰਨ ਲਈ, ਔਰ ਇਹ ਤੀਰ ਇਸ ਤਰ੍ਹਾਂ ਵੱਜਿਆ ਔਰੰਗਜ਼ੇਬ ਉੱਥੇ ਹੀ ਖਤਮ ਹੋ ਗਿਆ। ਜ਼ਫਰਨਾਮਾ ਇੱਕ ਸਪਿਰਿਚੁਅਲ ਲਿਟਰੇਸੀ ਆਫ ਰਿਐਲਿਟੀ ਉਸ ਨੂੰ ਦਿੱਤੀ ਜਿਹੜਾ ਕਾਲ ਦੇ ਅੰਦਰ ਹੈ। ਮਹਾਰਾਜ ਉਹਦੀ ਕਬਰ ਤਾਂ ਧੁੱਪੇ ਬਣੀ ਹੈ ਔਰੰਗਾਬਾਦ ਵਿੱਚ, ਸ਼ਾਇਦ ਹੀ ਕੋਈ ਉੱਥੇ ਹੋਏ ਅਟੈਂਡੈਂਟ ਵੀ, ਨਾ ਹੀ ਉਹਦੇ ਕੋਲ ਪੈਸੇ ਹੁੰਦੇ। ਇਹ ਰਿਐਲਿਟੀ ਹੈ ਮਹਾਰਾਜ। ਜੀਵਨ ਦਾ ਸੱਤ ਇੱਥੇ ਸਮਝ ਆਉਂਦਾ ਹੈ। ਉਦੋਂ ਨਹੀਂ ਸਮਝ ਆਏਗਾ ਜਦੋਂ ਅਸੀਂ ਉਸ ਵੇਲੇ ਅਗਰ ਚਿੱਠੀ ਨੂੰ ਪੜ੍ਹਦੇ, ਉਦੋਂ ਸ਼ਾਇਦ ਨਾ ਸਮਝ ਆਏ ਗੱਲ ਮੈਨੂੰ। ਪਰ ਅੱਜ ਕਈ 100 ਸਾਲ ਬਾਅਦ ਜਦੋਂ ਦੇਖਦੇ ਹਾਂ ਤਾਂ ਸਾਹਮਣੇ ਪ੍ਰਗਟ ਸੱਤ ਨਜ਼ਰ ਆਉਂਦਾ ਹੈ ਕਿ ਸੱਤ ਕੀ ਹੈ। ਹੁਣ ਇਹ ਦਿਖਦਾ ਹੈ ਝੂਠ ਔਰ ਸੱਤ ਕੀ ਹੈ, ਕੌਣ ਸੱਤ ਸੀ ਕੌਣ ਝੂਠ ਸੀ। ਔਰੰਗਜ਼ੇਬ ਤਾਂ ਹੈ ਹੀ ਨਹੀਂ, ਉਹ ਤਾਂ ਝੂਠ ਹੈ, ਉਹਦਾ ਹੋਣਾ ਹੀ ਝੂਠ ਹੈ। ਉਹਦੇ ਮੁਖਾਰਬਿੰਦ ਤੋਂ ਕੀ ਨਿਕਲਿਆ ਇੱਕ ਅਲੱਗ ਗੱਲ ਹੁੰਦੀ ਹੈ, ਜਿਹਦਾ ਹੋਣਾ ਹੀ ਝੂਠ ਹੈ। ਮਤਲਬ ਟਾਈਮ ਵਿੱਚ ਤੇ ਉਹ ਆਪ ਹੀ ਖਤਮ ਹੋ ਜਾਣਾ ਹੈ। ਉਹ ਸਿਰਫ ਇੱਕ ਫਰੇਮ ਆਫ ਰੈਫਰੈਂਸ ਦੇ ਵਿੱਚ ਹੈ, ਉਸਦੇ ਬਿਯੋਂਡ ਉਹ ਰਿਐਲਿਟੀ ਹੈ ਹੀ ਨਹੀਂ। ਇਹ ਸਮਝ ਰਹੇ ਹੋ ਗੱਲ ਨੂੰ? ਔਰੰਗਜ਼ੇਬ ਤੇ ਇੱਕ ਟਾਈਮ ਪਾਸ ਪਰਸਨੈਲਿਟੀ ਸੀ, ਹਿਸਟਰੀ ਦੇ ਬੁੱਕਸ ਵਿੱਚ ਲਿਖੀ ਜਾਏਗੀ। ਅੱਜ ਕਿੱਥੇ ਹੈ? ਉਹ ਹੈ ਹੀ ਨਹੀਂ। ਤਾਂ ਉਹ ਸੱਤ ਤਾਂ ਉਹੀ ਹੋਏਗਾ ਜੋ ਸੱਤ ਦੇ ਰੂਪ ਹੋਏਗਾ, ਜਿਹੜਾ ਇੱਕ ਓਮਕਾਰ ਦੇ ਵਿੱਚ ਨੂੰ ਜਾਣ ਲਏਗਾ, ਜਿਹੜਾ ਨਾਮ ਨੂੰ ਪ੍ਰਗਟ ਕਰ ਲਏਗਾ ਮਨ ਵਿੱਚ। ਸੱਤ ਤਾਂ ਉਹੀ ਹੈ, ਬਾਕੀ ਸਭ ਝੂਠ ਹੈ। ਭਾਵੇਂ ਉਹ ਕਿਤਨੇ ਮਰਜ਼ੀ ਕਰੋੜਾਂ ਦੇ ਮਾਲਕ ਹੋਣ। ਉਹ ਜਪਜੀ ਸਾਹਿਬ ਸਾਨੂੰ ਸਮਝਾਉਂਦੇ ਹੈ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨੌ ਰਖਾਏ ਕਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ। ਜਿਸ ਤੇ ਉਹਦੀ ਨਜ਼ਰ ਨਹੀਂ, ਜੋ ਉਹਦੇ ਨਜ਼ਰ ਦਾ ਪਾਤਰ ਨਹੀਂ, ਉਹਦਾ ਕੁਝ ਹੋਣਾ ਵੀ ਕੁਝ ਮੁੱਲ ਨਹੀਂ ਰੱਖਦਾ। ਭਾਵੇਂ ਦੁਨੀਆ ਉਸਨੂੰ ਕਹੇ ਕਿ ਇਹ ਰਾਜਾ ਹੈ, ਭਾਵੇਂ ਦੁਨੀਆ ਉਸਨੂੰ ਕਹੇ ਕਿ ਇਹ ਪਹੁੰਚ ਗਿਆ ਹੈ, ਭਾਵੇਂ ਦੁਨੀਆ ਕਹੇ ਕਿ ਇਹ ਜਾਣ ਗਿਆ ਹੈ, ਕੁਛ ਵੀ ਕਹਿੰਦੀ ਰਹੇ, ਅਗਰ ਉਸ ਦੇ ਨਜ਼ਰ ਦਾ ਪਾਤਰ ਨਹੀਂ, ਨਜ਼ਰ ਦੇ ਸਾਈਕਲ ਦੇ ਵਿੱਚ ਨਹੀਂ ਆਇਆ, ਕਰਮ ਦੇ ਵਿੱਚ ਹੈ, ਤੇ ਕਰਮ ਦੇ ਨਾਲ ਨਾਸ ਵੀ ਹੋ ਜਾਏਗਾ। ਉਹ ਰਿਐਲਿਟੀ ਹੈ ਹੀ ਨਹੀਂ ਮਹਾਰਾਜ। ਸਮੇਂ ਦੇ ਨਾਲ ਉਹ ਰਿਐਲਿਟੀ ਨਹੀਂ ਹੈ, ਸਮੇਂ ਤੋਂ ਪਾਰ ਹੈ, ਰਿਐਲਿਟੀ ਹੈ ਹੀ ਨਹੀਂ, ਸਮੇਂ ਦੇ ਅੰਦਰ ਹੀ ਹੈ। ਸਮੇਂ ਵਿੱਚ ਚੇਂਜ ਆਣਾ ਹੈ, ਚੇਂਜ ਦੇ ਵਿੱਚ ਉੱਪਰ ਥੱਲੇ ਹੋਣਾ ਹੀ ਹੋਣਾ ਹੈ। ਜੋ ਅੱਜ ਅਮੀਰ ਹੈ ਕੱਲ ਗਰੀਬ ਹੋਣਾ ਹੈ, ਜੋ ਗਰੀਬ ਹੈ ਉਹ ਅਮੀਰ ਹੋਣਾ ਹੈ, ਜੋ ਸਵਸਥ ਹੈ ਉਹਨੇ ਅਸਵਸਥ ਹੋਣਾ ਹੈ, ਜੋ ਅਸਵਸਥ ਹੈ ਉਹਨੇ ਫਿਰ ਸਵਸਥ ਹੋ ਜਾਣਾ। ਇਹਦੇ ਚੇਂਜ ਲਿਆਣਾ ਹੀ ਨੇਚਰ ਦਾ ਕੰਮ ਹੈ। ਇਹ ਮਹਾਰਾਜ ਨੇ ਸਾਨੂੰ ਸਮਝਾਇਆ ਹੈ। ਮਹਾਰਾਜ ਇਹ ਕਹਿ ਰਹੇ ਕਿ ਤੇ ਪਸਾਰਾ ਹੀ ਕਈ ਵਾਰ ਪਸਰ ਗਿਆ। ਯਾਰ ਕਿਹੜੀ ਦੁਨੀਆ ਦੀ ਗੱਲ ਅਸੀਂ ਕਰਦੇ ਹਾਂ? ਇੱਕ ਮਿੰਟ ਲਈ ਸਮਝ ਲਈਏ, ਮੀਟੇਰਾਈਟ ਦੀ ਡੇਂਜਰ ਬੜਾ ਮੰਨਿਆ ਜਾਂਦਾ ਹੈ। ਅੱਜ ਸਾਇੰਟਿਸਟ ਕਹਿੰਦੇ ਮੀਟੇਰਾਈਟ ਤੇ ਅਰਥ ਨੂੰ ਵੱਜੇਗਾ ਹੀ ਵੱਜੇਗਾ। ਜਿਤਨੇ ਵੀ ਹੈਵੀ ਮੈਟਲਸ ਅਰਥ ਦੇ ਵਿੱਚ ਹਨ, ਭਾਵੇਂ ਉਹ ਆਇਰਨ ਹੈ, ਮਰਕਰੀ ਹੈ, ਜਾਂ ਹੋਰ ਹੈਵੀ ਮੈਟਲਸ ਨੇ, ਜ਼ਿੰਕ ਹੈ, ਉਹ ਸਾਰੇ ਮੀਟਿਓਰ ਵਿੱਚੋਂ ਆਏ ਨੇ। ਉਹ ਤਾਂ ਕੁਝ ਵਸਤੂ ਬਾਹਰੋਂ ਆ ਕੇ ਧਰਤੀ ਤੇ ਲੱਗਦੀ ਹੈ ਤਾਂ ਉਹ ਆ ਕੇ ਇੱਥੇ ਵਸਦੇ ਨੇ। ਤਾਂ ਉਹ ਤਾਂ ਕਦੇ ਨਾ ਕਦੇ ਵਜੇਗਾ ਹੀ ਵਜੇਗਾ ਜਦੋਂ ਇੱਥੇ ਕਾਲ ਆ ਜਾਣਾ ਸਾਰਾ। ਮੈਂ ਵੈਸੇ ਆਪ ਦੇ ਮਨ ਨੂੰ ਨਹੀਂ ਝਟਕਾ ਦੇਣਾ ਚਾਹੁੰਦਾ, ਪਰ ਇਹ ਇੱਕ ਆਪ ਨੂੰ ਮੈਂ ਸਮਝਾ ਰਿਹਾ ਕਿ ਇਹ ਸਾਰੀ ਕ੍ਰੀਏਸ਼ਨ ਸਾਈਕਲਿਕਲ ਹੈ, ਸਾਈਕਲ ਦੇ ਉੱਪਰ ਹੈ। ਇਹਦੇ ਪਿੱਛੇ ਇੱਕ ਤੱਤ ਹੈ ਜੋ ਅਨਚੇਂਜਿੰਗ ਹੈ। ਉਹ ਇੱਕ ਓਮਕਾਰ ਦੇ ਰੂਪ ਵਿੱਚ ਮਹਾਰਾਜ ਨੇ ਸਾਨੂੰ ਪ੍ਰਗਟ ਕੀਤਾ ਕਿ ਇੱਕ ਹੈ, ਦੋ ਨਹੀਂ ਹਨ। ਪਹਿਲੀ ਗੱਲ ਤਾਂ ਕਿਉਂਕਿ ਕ੍ਰਿਸਚੈਨਿਟੀ ਵਿੱਚ ਮੰਨਿਆ ਗਿਆ ਹੈ ਡੈਵਲ ਐਂਡ ਗੋਡ ਦੋ ਐਂਟਿਟੀ ਬਣ ਗਈ ਹੈ। ਮਹਾਰਾਜ ਨਹੀਂ ਮੰਨਦੇ ਇਸ ਗੱਲ ਨੂੰ। ਮਹਾਰਾਜ ਕਹਿੰਦੇ ਇੱਕੋ ਹੈ। ਡੈਵਲ ਜਾਂ ਸ਼ੈਤਾਨ ਉਹ ਹੈ ਜਿਸ ਨੇ ਹੰਕਾਰ ਨਾਲ ਆਪਣੇ ਆਪ ਨੂੰ ਇਸ ਤੋਂ ਤੋੜ ਲਿਆ, ਪਰ ਉਹਦੀ ਸ਼ਕਤੀ ਵੀ ਇਸ ਤੋਂ ਆ ਰਹੀ ਹੈ। ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਦਰ ਕਰਨ, ਕੁਝ ਗਲਤ ਨਾ ਕਿਹਾ ਗਿਆ ਹੋਏ ਮੇਰੇ ਤੋਂ, ਕਦੇ ਗੁਸਤਾਖੀ ਨਾ ਹੋ ਜਾਏ। ਇਉਂ ਇਸ ਤਰ੍ਹਾਂ ਵਿਚਾਰੀਏ ਤਾਂ ਇਉਂ ਲੱਗਦਾ ਹੈ ਜਿਵੇਂ ਜੋ ਮੈਂ ਦੇਖ ਰਿਹਾ ਉਹ ਸੱਚ ਨਹੀਂ ਹੈ, ਕਿਉਂਕਿ ਇਹ ਬਦਲਦਾ ਜਾ ਰਿਹਾ। ਪਰ ਕੁਝ ਅਨਸੀਨ ਹੈ ਜੋ ਮੈਂ ਨਹੀਂ ਦੇਖ ਪਾ ਰਿਹਾ, ਉਹ ਸੱਚ ਹੈ।
ਕੁਛ ਤਾਂ ਹੈ। ਉਸੇ ਨੂੰ ਇੱਕ ਓਮਕਾਰ ਦਾ ਰੂਪ ਕਿਹਾ ਨਾ, ਉਹ ਨਿਰਾਕਾਰ ਦਾ ਰੂਪ ਹੈ। ਸਾਕਾਰ ਜੋ ਮੈਨੂੰ ਦਿਖਦਾ ਉਹਦਾ ਬਦਲਦਾ ਜਾ ਰਿਹਾ, ਉਹਦੇ ਵਿੱਚ ਮੈਨੂੰ ਪਕੜ ਤੇ ਆਏਗੀ ਹੀ ਨਹੀਂ ਕਿਸੇ ਚੀਜ਼ ਦੀ। ਮੈਂ ਜਿਸ ਵਸਤੂ ਨੂੰ ਪਕੜਾਂਗਾ ਉਹ ਬਦਲਦੀ ਜਾਏਗੀ। ਤਾਂ ਪਕੜ ਤਾਂ ਜੀਵਨ ਦੀ ਸਿਰਫ ਨਿਰਾਕਾਰ ਦੇ ਵਿੱਚ ਹੈ, ਫਿਰ ਅਨਸੀਨ ਦੇ ਵਿੱਚ ਹੈ, ਰੀਅਲ ਸੀਨ ਵਿੱਚ ਤਾਂ ਨਹੀਂ ਹੈ। तो I cannot trust my senses because these are only dealing with changing circumstances। और सत ਦਾ ਜਿਹੜਾ ਦੁਨੀਆ ਦਾ ਉਹ ਅਨਚੇਂਜਿੰਗ ਵਿੱਚ ਛਿਪਿਆ ਹੈ। ਆਪ ਇਸ ਨੂੰ ਸਮਝ ਰਹੇ ਹੋ? ਜਿਵੇਂ ਮਹਾਰਾਜ ਨੇ ਉਸ ਦਿਨ ਮੂਰੇ ਕੜਿਆੜ ਦੀ ਗੱਲ ਅਸੀਂ ਵਿਚਾਰੀ ਸੀ ਕਿ ਮਹਾਰਾਜ ਨੂੰ ਨੇ ਲਿਖ ਕੇ ਦਿੱਤਾ, ਮਰਨਾ ਸੱਚ, ਜੀਣਾ ਝੂਠ। ਇਸ ਤਰ੍ਹਾਂ ਇਹ ਗੱਲ ਸੱਚੀ ਬੈਠਦੀ ਹੈ, ਕਿਉਂਕਿ ਜੀਵਨ ਤਾਂ ਮੌਤ ਦੇ ਵਿੱਚ ਹੀ ਜਾ ਰਿਹਾ ਹੈ। ਜੀਵਨ ਜਿਹੜਾ ਚੱਲਦਾ ਜਾਏਗਾ ਇਹ ਅਖੀਰ ਮੌਤ ਵਿੱਚ ਜਾਏਗਾ। मौत तो आएगी एक दिन, जीवन को भी साथ ले जाएगी। ਤਾਂ ਕੀ ਕਾਰਨ ਹੈ ਫਿਰ? ਮੈਂ ਜੀਵਨ ਨੂੰ ਕਿਸ ਤਰ੍ਹਾਂ ਸਮਝਾਂ, ਇਹ ਸੱਤ ਨੂੰ ਕਿਵੇਂ ਸਮਝਾਂ ਕਿ ਜਿਹੜਾ ਸੱਤ ਹੈ, ਜਿਹੜਾ ਇਸ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ ਵੀ ਕਿ ਨਹੀਂ ਹੈ, ਇਹ ਕਿੱਥੋਂ ਮੈਨੂੰ ਮਿਲੇਗਾ, ਕਿਵੇਂ ਮੈਨੂੰ ਦਿਖੇਗਾ ਮਹਾਰਾਜ? ਕਿਉਂਕਿ ਕਈ ਤਾਂ ਅਸੀਂ ਨਾਮ ਜਿਹੜੇ ਦਿੱਤੇ ਆ ਨਿਰਾਕਾਰ ਦੇ, ਉਹ ਕੀਰਤਨ ਰੂਪ ਨੇ ਜੋ ਕਰਦਾ ਪਿਆ। ਉਹ ਨਾਮ ਦੇ ਵਿੱਚ ਜਦੋਂ ਅਸੀਂ ਵਿਚਾਰਾਂਗੇ ਅਸੀਂ ਉੱਥੇ ਆਵਾਂਗੇ, ਪਰ ਇੱਕ ਅਨਸੀਨ ਹੈ ਜਿਹੜਾ ਕੋਈ ਨਾਮ ਹੀ ਨਹੀਂ ਹੈ। ਤੇ ਇੱਕ ਵਿਚਾਰ ਹੈ ਉੱਠਦੀ ਹੈ ਮਹਾਰਾਜ ਕਿ ਇਹ ਜਿਹੜਾ ਸੱਤ ਹੈ ਇਹਨੂੰ ਮੈਂ ਜਾਣਾਂਗਾ ਕਿਵੇਂ? ਕਿਉਂਕਿ ਮੇਰੇ ਕੋਲ ਤਾਂ ਇਹ ਸੈਂਸਸ ਹੈਗੀਆਂ ਜਿਨ੍ਹਾਂ ਨਾਲ ਮੈਂ ਦੁਨੀਆ ਨੂੰ ਜਾਣਦਾ, ਇਸੇ ਤਰ੍ਹਾਂ ਮੈਂ ਪੜ੍ਹਦਾ ਲਿਖਦਾ, ਇਸੇ ਤਰ੍ਹਾਂ ਮੈਂ ਗਿਆਨ ਪ੍ਰਾਪਤ ਕਰਦਾ। ਗੁਰੂ ਅੰਗਦ ਸਾਹਿਬ ਦਾ ਇੱਕ ਸ਼ਬਦ ਹੈ ਸ਼ਲੋਕ ਵਿੱਚ, ਸ਼ਲੋਕ ਮਹਿਲਾ ਦੂਜਾ, ਅੱਖੀ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਬੇ ਬਾਝੋਂ ਬੋਲਣਾ, ਇਉ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ ਤਿਉ ਖਸਮੇ ਮਿਲਣਾ। ਮੈਂ ਫਿਰ ਰਿਪੀਟ ਕਰ ਦਿੰਦਾ, ਅੱਖੀ ਬਾਝੋਂ ਵੇਖਣਾ, ਬਿਨਾਂ ਅੱਖਾਂ ਦੇ ਦੇਖਣਾ, ਵਿਣ ਕੰਨਾਂ ਸੁਣਨਾ, ਬਿਨਾਂ ਕੰਨਾਂ ਦੇ ਸੁਣਨਾ, ਪੈਰਾ ਬਾਝੋਂ ਚੱਲਣਾ, ਬਿਨਾਂ ਪੈਰਾਂ ਦੇ ਚੱਲਣਾ, ਵਿਣ ਹੱਥਾਂ ਕਰਨਾ, ਬਿਨਾਂ ਇਹਨਾਂ ਹੱਥਾਂ ਦੇ ਕੰਮ ਕਰਨਾ, ਜੀਬੇ ਬਾਝੋਂ ਬੋਲਣਾ, ਬਿਨਾਂ ਜ਼ਬਾਨ ਦੇ ਬੋਲਣਾ, ਇਉ ਜੀਵਤ ਮਰਨਾ। ਇਸ ਤਰ੍ਹਾਂ ਜੀਂਦੇ ਜੀ ਮਰ ਜਾਣਾ। ਕੀ ਹੋਰ ਗੱਲ? ਨਾਨਕ ਹੁਕਮ ਪਛਾਣ ਕੇ ਤਿਉ ਖਸਮੇ ਮਿਲਣਾ। ਮਹਾਰਾਜ ਕਹਿੰਦੇ ਨੇ ਇਹ ਹੁਕਮ ਨੂੰ ਪਛਾਣ ਲਵਾਂਗੇ ਤਾਂ ਖਸਮ ਨੂੰ ਮਿਲ ਲਵਾਂਗੇ, ਸਤ ਨੂੰ ਮਿਲ ਲਵਾਂਗੇ। ਅਗਰ ਸਤ ਨੂੰ ਸਤ ਖਸਮ ਬਣਾਉਣਾ ਹੈ ਤਾਂ, ਹੈ ਨਾ ਮਹਾਰਾਜ? ਇਹ ਵੀ ਚੋਇਸ ਮੇਰੀ ਹੈ ਕਿ ਮੈਂ ਕਹਾਂ ਨਹੀਂ, ਮੈਂ ਨਹੀਂ ਜਾਣਨਾ, ਮੈਨੂੰ ਕੀ ਲੋੜ, ਦੈਟਸ ਆਲ ਰਾਈਟ। ਇਹ ਕੋਈ ਇੱਥੇ ਜ਼ਬਰ ਨਹੀਂ ਕਰਦਾ ਰੱਬ ਆ ਕੇ। ਸਤ ਨੂੰ ਜਾਣੇਗਾ ਜਾਂ ਨਹੀਂ ਜਾਣੇਗਾ ਇਹ ਚੋਇਸ ਸਾਡੇ ਹੱਥ ਵਿੱਚ ਹੈ। ਇਹ ਅਸੀਂ ਅੱਜ ਵੀ ਹੈਵ ਟੂ ਮੇਕ ਦੈਟ ਚੋਇਸ ਟੁਡੇ। ਕਿਉਂਕਿ ਜੀਵਨ ਦੇ ਵਿੱਚ ਮੌਤ ਔਰ ਜੀਵਨ ਇਹ ਦੋ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਮੈਂ ਖੇਡਦਾ ਹਾਂ। ਓਪਰਚੁਨਿਟੀ ਜੀਵਨ ਵਿੱਚ ਹੈ, ਪਰ ਇਉਂ ਲੱਗਦਾ ਹੈ ਜਿਵੇਂ ਸੱਤ ਜਿਹੜਾ ਦੁਨੀਆ ਦਾ ਹੈ ਉਹ ਮੌਤ ਦੇ ਬਾਅਦ ਛਿਪਿਆ ਹੈ। ਇਹਨੂੰ ਮੈਂ ਕਮਾ ਜੀਵਨ ਦੇ ਵਿੱਚ ਸਕਦਾ ਹਾਂ, ਜਾਂ ਫਿਰ ਜੋ ਮਹਾਰਾਜ ਕਹਿ ਰਹੇ ਹੈ ਇੱਕ ਤਰ੍ਹਾਂ ਦਾ ਜੀਂਦੇ ਜੀ ਮੈਂ ਮਰ ਜਾਵਾਂ, ਬਿਨਾਂ ਇਹਨਾਂ ਸੈਂਸਸ ਦੇ ਜੀਣਾ ਸਿੱਖ ਲਵਾਂ। ਬਿਨਾਂ ਸੈਂਸਸ ਦੇ ਕਿਵੇਂ ਮੈਂ ਜੀਣਾ ਸਿੱਖ ਲਵਾਂਗਾ? ਇਹ ਬਦੇ ਅਵਸਥਾ ਦੀ ਗੱਲ ਹੋ ਰਹੀ ਹੈ। ਬਦੇ ਜਾਣਦੇ ਹੋ ਆਪ? ਫ੍ਰੀ ਆਫ ਦਾ ਬॉडी। ਅਗਰ ਆਪ ਬੜੇ ਪਿਓਰਲੀ ਵਿਚਾਰੋ, ਇਹ ਅਵਸਥਾ ਹੈ ਕਿ ਇਨਸਾਨ ਹੁਣ ਦੇਹ ਤੋਂ ਪਰੇ ਹੋ ਗਿਆ। ਹੀ ਇਜ਼ ਨਾਟ ਡਿਪੈਂਡੈਂਟ ਔਨ ਦਾ ਬॉडी ਆਲਸੋ। ਕਿਉਂਕਿ ਨਾ ਤਾਂ ਇਹ ਹੱਥ ਰਹੇ, ਨਾ ਪੈਰ ਰਹੇ, ਨਾ ਅੱਖਾਂ ਰਹੀਆਂ, ਨਾ ਕੰਨ ਰਹੇ, ਨਾ ਜ਼ਬਾਨ ਰਹੀ। ਤਾਂ ਕੀ ਰਿਹਾ? ਮਨ ਰਿਹਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਦੇ ਵਿੱਚ ਇੱਕ ਜੋਤ ਛਿਪੀ ਹੈ, ਜਿਹੜਾ ਗੁਰੂ ਨਾਨਕ ਸਾਹਿਬ ਕਹਿੰਦੇ ਸੱਤ ਦੇ ਦਰਸ਼ਨ ਨੇ। ਇਹ ਮੈਨੂੰ ਕਿਉਂ ਨਹੀਂ ਦਿਖਦੇ? ਇਹ ਕਾਰਨ ਕੀ ਹੈ ਕਿ ਮੈਂ ਮੌਤ ਨੂੰ ਨਹੀਂ ਜਾਣ ਪਾਉਂਦਾ? ਮੈਂ ਮੌਤ ਨੂੰ ਬਿਨਾਂ ਦੇਖੇ ਜੀਵਨ ਜੀ ਲੈਂਦਾ। ਕਿਉਂਕਿ ਦਰਅਸਲ ਗੱਲ ਕੀ ਹੈ ਕਿ ਜੀਵਨ ਔਰ ਮੌਤ ਦਾ ਦੋ ਪਹਿਲੂ ਮੇਰੇ ਕੋਲ ਹਨ। ਜੀਵਨ ਤੇ ਮੈਂ ਜੀ ਰਿਹਾ ਡੇ ਟੂ ਡੇ, ਪਰ ਜੀਵਨ ਨੂੰ ਪੂਰੀ ਤਰ੍ਹਾਂ ਦੇਖਣ ਦੀ ਸ਼ਮਤਾ ਮੈਨੂੰ ਨਹੀਂ ਆ ਸਕਦੀ
जब तक मेरी जीवन ਵਿੱਚ ਕੋਈ ਸਟੈਬਿਲਿਟੀ ਨਾ ਆਏ। ਜੀਵਨ ਔਰ ਮੌਤ ਦੇ ਵਿੱਚ ਅਗਰ ਕੋਈ ਸਟੈਬਿਲਿਟੀ ਹੈ ਤੇ ਇਹ ਮੌਤ ਇੱਕ ਐਬਸੋਲੂਟ ਸਟੈਬਿਲਿਟੀ ਹੈ ਕਿ ਮਰਨਾ ਹੀ ਹੈ ਮੈਂ। ਕੁਝ ਅਸਰਟਨ ਚੀਜ਼ ਅਗਰ ਇਹ ਗੱਡੀ ਕਿਸ ਪਾਸੇ ਪੱਕੀ ਜਾ ਰਹੀ ਹੈ ਤਾਂ ਮੌਤ ਵੱਲ ਜਾ ਰਹੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹਨ। ਔਰ ਉਹ ਕੌਣ ਲਿਆ ਰਿਹਾ? ਅਵਰ ਨ ਕੋ ਮਾਰਨ ਵਾਲਾ, ਜਿਉ ਹਮਾਰਾ ਜਿਉ ਦੇਣ ਹਾਰਾ ਰਹਾਓ। ਕੋਈ ਮਾਰਨ ਵਾਲਾ ਹੋਰ ਨਹੀਂ ਹੈ, ਜਿਸਨੇ ਜੀਵਨ ਦਿੱਤਾ ਹੈ ਉਹੀ ਮਾਰਨ ਵਾਲਾ ਹੈ। ਤਾਂ ਮੈਂ ਨਿਰਾਕਾਰ ਨੂੰ ਕਿਵੇਂ ਜਾਣਦਾ? ਜੇ ਮੈਂ ਮੌਤ ਨੂੰ ਜਾਣ ਲਵਾਂਗਾ ਤੇ ਜੀਵਨ ਔਰ ਮੌਤ ਦੇ ਦੋ ਪਹਿਲੂਆਂ ਨੂੰ ਜਾਣ ਕੇ ਫਿਰ ਮੈਂ ਮਾਰਨ ਵਾਲੇ ਨੂੰ ਵੀ ਜਾਣ ਪਾਵਾਂਗਾ। ਨਹੀਂ ਤਾਂ ਮੈਂ ਸਿਰਫ ਜੀਵਨ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਵਾਂ, ਬਟ ਮੈਨੂੰ ਸਿਰਫ ਚੇਂਜਿੰਗ ਜੀਵਨ ਦਿਖਦਾ ਹੈ, ਚੇਂਜਿੰਗ ਲਾਈਫ ਦਿਖਦੀ ਹੈ। ਉਹ ਜੀਵਨ ਜਿਹੜਾ ਫਲਕਸ ਵਿੱਚ ਹੈ, ਜਿਹੜਾ ਅਨਚੇਂਜਿੰਗ ਜੀਵਨ ਹੈ, ਉਹ ਮੈਨੂੰ ਦਿਖਦਾ ਹੀ ਨਹੀਂ ਹੈ, ਕਿਉਂਕਿ ਅਨਚੇਂਜਿੰਗ ਜੀਵਨ ਕਾਲ ਤੋਂ ਪਰੇ ਹੈ। ਦਰਅਸਲ ਸਤ ਕੀ ਹੈ? ਜਿਹੜਾ ਕਾਲ ਤੋਂ ਪਰੇ ਹੈ, ਟਾਈਮਲੈਸ ਚੀਜ਼ ਹੀ ਸਤ ਹੈ। ਰੈਫਰੈਂਸ ਟੂ ਕੰਟੈਕਸਟ ਉੱਥੇ ਲੋੜ ਨਹੀਂ ਪੈਂਦੀ। ਅਸੀਂ ਸ਼ੁਰੂ ਇੱਥੇ ਕੀਤਾ ਸੀ ਰੈਫਰੈਂਸ ਟੂ ਕੰਟੈਕਸਟ, ਕਿ ਸਾਰੇ ਜੀਵਨ ਨੂੰ ਮੈਂ ਰੈਫਰੈਂਸ ਟੂ ਕੰਟੈਕਸਟ ਹੀ ਜਾਣਦਾ ਵਾਂ। ਪਰ ਅਗਰ ਮੈਂ ਕਾਲ ਰਹਿਤ ਜੀਵਨ ਦੀ ਗੱਲ ਤੇ ਆ ਜਾਵਾਂ ਤਾਂ ਫਿਰ ਮੈਨੂੰ ਰੈਫਰੈਂਸ ਟੂ ਕੰਟੈਕਸਟ ਦੀ ਲੋੜ ਨਹੀਂ ਪੈਂਦੀ, ਕਿਉਂਕਿ ਸਮੇਂ ਤੋਂ ਪਰੇ ਹੈ। ਉਹ ਕਹਿੰਦੇ ਨਾ ਇਹ ਜੀਵੇ ਨਾ ਮਰਤਾ ਦੇਖ, ਤੇ ਨਾ ਤੇ ਇਹ ਜਿੰਦਾ ਹੈ ਨਾ ਇਹ ਮਰੇਗਾ। ਕੌਣ ਹੈ ਉਹ? ਉਹ ਇੱਕ ਓਮਕਾਰ ਦੀ ਗੱਲ ਦੁਬਾਰਾ ਹੁੰਦੀ ਹੈ, ਸੱਤ ਦੀ ਗੱਲ ਹੁੰਦੀ ਹੈ। ਜਿਹੜਾ ਦੁਨੀਆ ਵਿੱਚ ਸੱਤ ਹੈ ਉਹ ਨਾ ਤਾਂ ਜੀ ਰਿਹਾ ਹੈ ਨਾ ਉਹ ਮਰੇਗਾ। ਔਰ ਉਹ ਕਿੱਥੇ ਛਿਪਿਆ ਹੈ? ਉਹ ਮੇਰੇ ਅੰਦਰ ਛਿਪਿਆ ਹੈ। ਉਹਨੂੰ ਕਿਵੇਂ ਜਾਣਨਾ ਹੈ? ਨਾਮ ਦੇ ਨਾਲ ਜਾਣਨਾ ਹੈ। ਪਹਿਲੇ ਤਾਂ ਐਟੀਟਿਊਡ ਆਫ ਲਾਈਫ ਬਦਲਣਾ ਪਏਗਾ ਮੈਨੂੰ। ਤਾਂ ਇਹ ਇੱਕ ਚੀਜ਼ ਵਿਚਾਰਨ ਵਾਲੀ ਹੈ ਕਿ ਮੈਂ ਮੌਤ ਨੂੰ ਜਾਣਦਾ ਹਾਂ ਤਾਂ ਮੈਂ ਜੀਵਨ ਨੂੰ ਸਮਝ ਸਕਾਂਗਾ। ਤਾਂ ਮੈਂ ਮੌਤ ਨੂੰ ਕਿਉਂ ਨਹੀਂ ਜਾਣਦਾ? ਕਿਉਂਕਿ ਮੌਤ ਦੇ ਸਾਹਮਣੇ ਇੱਕ ਸਮੋਕ ਸਕਰੀਨ ਲੱਗੀ ਹੈ, ਉਹ ਹੈ ਡਰ। ਡਰ ਦੇ ਕਾਰਨ ਮੈਂ ਮੌਤ ਨੂੰ ਨਹੀਂ ਜਾਣਦਾ। ਔਰ ਡਰ ਮੇਰਾ ਸਰਵਾਈਵਲ ਟੂਲ ਹੈ। ਮੇਰੇ ਰਿਐਲਿਟੀ ਨੂੰ ਜਾਣਨ ਲਈ ਉਹ ਸਮੋਕ ਸਕਰੀਨ ਬਣ ਜਾਂਦਾ ਹੈ। ਆਪ ਸਮਝੋ ਗੱਲ ਨੂੰ। ਡਰ ਦੇ ਜ਼ਰੀਏ ਮੈਂ ਸਰਵਾਈਵ ਕਰ ਸਕਦਾ। ਮਤਲਬ ਕਿਵੇਂ? ਹੁਣ ਕਰੋਨਾ ਵਾਇਰਸ ਹੋਇਆ, ਅਸੀਂ ਡਰੇ ਦਾ ਪ੍ਰੀਕਾਸ਼ਨ ਲੈ ਰਹੇ ਹਾਂ ਤਾਂ ਸਰਵਾਈਵ ਕਰ ਰਹੇ ਹਾਂ। ਇਹ ਮੇਰਾ ਟੂਲ ਬਣ ਗਿਆ। ਇੱਥੇ ਫੀਅਰ ਦਾ ਇੱਕ ਯੂਟਿਲਿਟੀ ਹੋ ਗਈ ਕਿ ਫੀਅਰ ਕਰਕੇ ਮੈਂ ਸੋਚਿਆ, ਵਿਚਾਰਿਆ, ਜੋ ਤੱਤ ਗਿਆਨ ਹੈ ਉਹ ਪਕੜਿਆ, ਬਾਕੀ ਇਮੋਸ਼ਨ ਨੂੰ ਛੱਡ ਦਿੱਤਾ। ਕਿਉਂਕਿ ਉਹ ਇਮੈਜੀਨੇਸ਼ਨ ਵੀ ਹੈ ਨਾ। ਇਮੈਜੀਨੇਸ਼ਨ ਕੁਝ ਤਾਂ ਹੈਲਪ ਕਰਦੀ ਹੈ, ਕੁਝ ਨੁਕਸਾਨ ਵੀ ਪਹੁੰਚਾਉਂਦੀ ਹੈ। ਤਾਂ ਮੈਂ ਉਸ ਫੀਅਰ ਨੂੰ ਯੂਜ਼ ਕੀਤਾ, ਹਾਂ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ, ਕੀ ਮੈਂ ਕਰ ਸਕਦਾ, ਕੀ ਕੰਟਰੋਲ 'ਚ ਹੈ ਮੇਰੇ, ਉਹ ਮੈਂ ਸਟੈਪਸ ਲੈ ਲਏ। ਮੇਰਾ ਇੱਕ ਸਰਵਾਈਵਲ ਦੀ ਵਿਧੀ ਬਣ ਗਈ। ਤਾਂ ਇੱਥੇ ਫੀਅਰ ਇੱਕ ਯੂਟਿਲਿਟੀ। ਬਟ ਹੁਣ ਇਹ ਫੀਅਰ ਮੌਤ ਦੇ ਬਾਰੇ ਜਦੋਂ ਮੈਂ ਸੋਚਦਾ ਵਾਂ, ਸਮੋਕ ਸਕਰੀਨ ਬਣ ਜਾਂਦਾ ਹੈ। ਮੇਰੇ ਤੋਂ ਮੌਤ ਛਿਪ ਜਾਂਦੀ ਹੈ ਕਿ ਮੌਤ ਕੀ ਹੈ, ਮੇਰੇ ਤੋਂ ਛਿਪ ਜਾਂਦੀ ਹੈ। ਇਸ ਕਰਕੇ ਮੈਂ ਮੌਤ ਨੂੰ ਜਾਣਦਾ ਹੀ ਨਹੀਂ ਹੈ, ਕਿਉਂਕਿ ਮੌਤ ਜੀਵਨ ਤੋਂ ਜਦੋਂ ਅਸੀਂ ਦੇਖਾਂਗੇ ਤੇ ਇੱਕ ਐਬਸੋਲੂਟ ਚੇਂਜ ਹੈ। ਬਿਲਕੁਲ ਸਭ ਕੁਝ ਚੇਂਜ ਹੋ ਜਾਏਗਾ। ਪਰ ਜੋ ਮਰ ਗਿਆ ਉਹਦੇ ਲਈ ਕੁਝ ਵੀ ਚੇਂਜ ਨਹੀਂ ਹੋਣਾ ਹੁਣ, ਕਿਉਂਕਿ there is nothing more stable than a dead body। ਪਹਿਲੇ ਤੇ ਇਹ ਗੱਲ ਹੈ। ਫਿਰ ਮਨ ਦੀ ਅਵਸਥਾ ਵੀ ਉਹੀ ਰਹੇਗੀ। ਮਨ ਦੀ ਅਵਸਥਾ ਵੀ ਨਹੀਂ ਚੇਂਜ ਹੋ ਸਕਦੀ, ਕਿਉਂਕਿ ਕਮਾਈ ਕਰਨ ਦੀ ਵਿਧੀਆਂ ਖਤਮ ਹੋ ਗਈ ਹੈ। ਸਾਧਨ ਘਟ ਗਏ, ਸਾਧਨ ਨਹੀਂ ਰਹਿ ਗਏ। ਹਾਂ, ਮਨ ਦੀ ਅਵਸਥਾ ਉੱਚੀ ਹੋਏਗੀ ਤਾਂ ਉਹ ਨਾਲ ਰਹੇਗੀ। ਜਿਤਨਾ ਸੂਖਮ ਮਨ ਹੋਏਗਾ ਉਤਨਾ ਆਨੰਦ ਵਿੱਚ ਰਹੇਗਾ। ਜੀਵਨ ਵਿੱਚ ਮੈਂ ਆਨੰਦ ਨੂੰ ਪ੍ਰਾਪਤ ਕਰ ਲਿਆ, ਕਮਾ ਲਿਆ, ਤਾਂ ਮੇਰੇ ਨਾਲ ਜਾਏਗਾ। ਮੇਰਾ ਮੌਤ ਵੀ ਆਨੰਦ ਹੋ ਜਾਏਗੀ। ਜੀਵਨ ਵਿੱਚ ਮੈਂ ਆਨੰਦ ਨੂੰ ਕਮਾ ਲਿਆ, ਜੀਵਨ ਵੀ ਆਨੰਦ ਹੋ ਗਿਆ, ਮੌਤ ਵੀ ਆਨੰਦ ਹੋ ਗਈ। ਤਾਂ ਮੌਤ ਔਰ ਜੀਵਨ ਇੱਕ ਤਰ੍ਹਾਂ ਇਰਰੈਲੇਵੈਂਟ ਹੋ ਗਏ। ਤਾਂ ਮੈਂ ਆਪ ਨੂੰ ਇੱਕ ਬੇਨਤੀ ਕਰਦਾ ਕਿ ਇੱਕ ਐਕਸਰਸਾਈਜ਼ ਆਪ ਕਰਨਾ। ਇਕੱਲੇ ਜਦੋਂ ਤੁਸੀਂ ਬੈਠੋ ਕਿਸੇ ਸਮੇਂ, ਇਹ ਰਿਐਲਿਟੀ ਅੰਦਰ ਜਾਣ ਦਿਓ ਕਿ ਆਈ ਐਮ ਗੋਇੰਗ ਟੂ ਡਾਈ ਵਨ ਡੇ। ਫੀਅਰ ਦੇ ਨਾਲ ਨਹੀਂ, ਵਿਦਾਊਟ ਫੀਅਰ। ਇਹ ਰਿਐਲਿਟੀ ਮਨ ਦੇ ਅੰਦਰ ਜਾਣ ਦਈਏ ਕਿ ਮੈਂ ਇੱਕ ਦਿਨ ਮਰਨਾ ਹੈ। ਆਪ ਦੇਖੋਗੇ ਜੀਵਨ ਦੀ ਸਟਰਗਲ ਉਸ ਵੇਲੇ ਇੱਕਦਮ ਖਤਮ ਹੋ ਜਾਣਗੇ, ਕਿਉਂਕਿ ਸਾਰੇ ਇਸ਼ੂ ਜੀਵਨ ਦੇ ਨਾਲ ਹੀ ਹਨ। ਇਸ ਰਿਐਲਿਟੀ ਨੂੰ ਮੈਨੂੰ ਅੰਤਰ ਜਾਣ ਵਿੱਚ ਜ਼ਰੂਰੀ ਹੈ, ਕਿਉਂਕਿ ਇਹ ਮੈਨੂੰ ਇਹ ਗਾਈਡ ਕਰੇਗੀ ਕਿ ਫਿਰ ਮੇਰਾ ਕਿਹੜਾ ਅਨਚੇਂਜਿੰਗ ਹੈ, ਜਿੱਥੇ ਮੈਂ ਜਾ ਕੇ ਲੱਭਣਾ ਹੈ, ਉੱਥੋਂ ਮੈਨੂੰ ਐਨਰਜੀ ਮਿਲੇਗੀ।
ਤਾਂ ਪਹਿਲੇ ਤੇ ਇਹ ਰਿਐਲਿਟੀ ਮੈਂ ਜਾਣ ਲਵਾਂ ਕਿ ਮੈਂ ਮਰਨਾ ਹੈ। ਅਸੀਂ ਤਾਂ ਜਾਣਦੇ ਵੀ ਨਹੀਂ ਆ, ਅਸੀਂ ਕਹਿੰਦੇ ਆ ਮੈਂ ਮਰਨਾ ਹੈ, ਬਟ ਇਹ ਮੇਰੇ ਅੰਦਰ ਬੁੱਝੀ ਨਹੀਂ ਗਈ ਗੱਲ, ਇਹ ਰੈਵਲੇਸ਼ਨ ਦੀ ਤਰ੍ਹਾਂ ਮੇਰੇ ਅੰਤਰ ਵਿੱਚ ਨਹੀਂ ਹੈ। ਇਹ ਸਿਰਫ ਉੱਪਰੋਂ ਇੱਕ ਵਿਖਿਆਨ ਹੈ। ਸਭ ਲੋਕ ਕਹਿੰਦੇ ਹਾਂ ਜੀ ਕਿਸ ਨੇ ਜਾਣਾ, ਸਾਰਿਆਂ ਨੂੰ ਕੋਈ ਲੈ ਕੇ ਥੋੜੀ ਜਾਣਾ ਕੋਈ ਨਾਲ, ਉਸੇ ਵੇਲੇ ਤੁਹਾਡੀ ਜੇਬ ਕੱਢ ਦੇਣਗੇ। ਗੱਲ ਕੀ ਹੈ ਕਿ ਉੱਪਰੋਂ ਬੋਲਣਾ ਔਰ ਰਿਅਲਾਈਜ਼ ਕਰਨ 'ਚ ਬਹੁਤ ਭੇਦ ਹੈ, ਔਰ ਰਿਅਲਾਈਜ਼ੇਸ਼ਨ ਵਿੱਚ ਚਮਤਕਾਰ ਹੈ। ਉੱਥੋਂ ਮੇਰਾ ਜੀਵਨ ਪਲਟਾ ਖਾ ਸਕਦਾ ਹੈ, ਕਿਉਂਕਿ ਉਸੇ ਮਿੰਟ ਤੁਸੀਂ ਸਮਝ ਜਾਓਗੇ ਕਿ ਮੇਰੇ ਰਿਲੇਸ਼ਨਸ, ਮੇਰਾ ਕੰਮ, ਮੇਰਾ ਸੋਸ਼ਲ ਸਟੇਟਸ, ਮੇਰੀ ਐਜੂਕੇਸ਼ਨ, ਇਹ ਸਭ ਟੈਂਪਰਰੀ ਫਿਨੋਮੀਨਾ ਹੈ। ਇਹ ਸੱਤ ਨਹੀਂ ਹੈ, ਸੱਤ ਨਹੀਂ ਹੈ। ਸੱਤ ਨੂੰ ਮਹਾਰਾਜ ਨੇ ਸਾਨੂੰ ਸੱਤ ਵੱਲ ਪ੍ਰੇਰਿਆ ਹੈ। ਗੁਰੂ ਨਾਨਕ ਸਾਹਿਬ ਦਾ ਬੜਾ ਪ੍ਰੀਤੀਕਰ ਸ਼ਬਦ ਹੈ ਸੱਤ, ਕਹਿੰਦੇ ਬਾਰ-ਬਾਰ ਸੱਤ ਕਿ ਸਚਿਆਰਾ ਹੋਈਏ, ਸੱਚਖੰਡ। ਉਹ ਸੱਤ ਵੱਲ ਸਾਨੂੰ ਪ੍ਰੇਰਦੇ ਆ, ਜਿਹੜਾ ਚੇਂਜ ਨਹੀਂ ਹੋਣਾ, ਜਿਹੜਾ ਸਾਡੇ ਤੋਂ ਲਿਆ ਨਹੀਂ ਜਾ ਸਕਦਾ। ਮੈਨੂੰ ਇਸ ਚੇਂਜ ਨੂੰ ਆਪਣੇ ਅੰਤਰ ਵਿੱਚ ਬਿਠਾਉਣਾ ਹੈ, ਮੈਨੂੰ ਇਸ ਸੱਤ ਨੂੰ ਆਪਣੇ ਅੰਤਰ ਵਿੱਚ ਜਾਣਨਾ ਹੈ। ਤਾਂ ਪਹਿਲਾਂ ਇਹ ਸੱਤ ਨੂੰ ਜਾਣ ਲਈਏ ਕਿ ਮੈਂ ਮਰਨਾ ਹੈ। ਮੇਰਾ ਔਰ ਆਪ ਦਾ ਸਭ ਦਾ ਸੱਤ ਇਹ ਹੈ ਕਿ ਜੋ ਅੱਜ ਇਹ ਡਿਸਕਸ਼ਨ ਹੋ ਰਿਹਾ, ਅੱਜ ਤੋਂ ਕੁਝ ਵਰੇ ਬਾਅਦ ਨਾ ਤੁਸੀਂ ਰਹਿਣਾ ਨਾ ਮੈਂ ਰਹਿਣਾ, ਇਹ ਸੱਤ ਹੈ। ਪਰ ਅੱਜ ਦੀ ਘੜੀ ਜਿਤਨੇ ਸਵਾਸ ਬਚੇ ਨੇ ਉਹਨੂੰ ਬਦਲਣ ਵਾਸਤੇ ਅੱਜ ਦੀ ਘੜੀ ਬੜਾ ਮਾਇਨੇ ਰੱਖ ਸਕਦੀ ਹੈ। ਇਸ ਕਰਕੇ ਹਰ ਘੜੀ ਜ਼ਰੂਰੀ ਹੈ, ਪ੍ਰੋਵਾਈਡਡ ਦਰਸ਼ਨ ਗੁਰਮੁਖ ਦੇ ਹੋਣ, ਗੁਰੂ ਵੱਲ ਮੂੰਹ ਹੋਇਆ ਹੋਏ, ਯਾਨੀ ਕਿ ਮੌਤ ਦੀ ਅਵੇਅਰਨੈਸ ਵਿੱਚ ਜੀਵਨ ਜੀਏ। ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ, ਹੋ ਸਭਨਾ ਕੀ ਰਹਿਣ ਕਾ ਤਬ ਆਓ ਹਮਾਰੇ ਪਾਸ। तो ਚੇਂਜ ਆ ਸਕਦਾ ਉੱਥੋਂ ਜਦੋਂ ਐਕਸੈਪਟੈਂਸ ਜੀਵਨ ਵਿੱਚ ਆਏਗਾ। ਸਭ ਤੋਂ ਪਹਿਲੀ ਐਕਸੈਪਟੈਂਸ ਡੈਥ ਹੈ, ਸਭ ਤੋਂ ਮੇਜਰ ਐਬਸੋਲੂਟ ਚੇਂਜ, ਐਬਸੋਲੂਟ ਸਰਟਨਿਟੀ ਡੈਥ ਹੈ ਮੇਰੇ ਜੀਵਨ ਵਿੱਚ। ਤਾਂ ਇਹ ਗੱਲ ਮੈਂ ਐਕਸੈਪਟ ਕਰਾਂਗਾ ਤਾਂ ਹੀ ਮੈਂ ਅੱਗੇ ਵਧਾਂਗਾ। ਕਈ ਵਾਰ ਅਸੀਂ ਇਹ ਸੋਚਦੇ ਹਾਂ ਇਹਦੇ ਨਾਲ ਡਿਪਰੈਸ਼ਨ ਹੋ ਜਾਏਗਾ, ਹੋ ਸਕਦਾ ਹੈ, ਬਟ ਟੈਂਪਰਰੀ ਹੋਏਗਾ। ਅਗਰ ਨਾਮ ਨੂੰ ਨਾਲ ਰੱਖਾਂਗੇ ਤਾਂ ਕੁਝ ਨਹੀਂ ਹੋਏਗਾ, ਕਿਉਂਕਿ ਨਾਮ ਸਾਡਾ ਐਂਕਰ ਹੈ। ਗੱਲ ਕੀ ਹੈ ਕਿ ਉਸ ਅਨਚੇਂਜਿੰਗ ਮਾਈਂਡ, ਉਸ ਚੇਂਜਿੰਗ ਮਾਈਂਡ ਨੂੰ ਸਾਨੂੰ ਡ੍ਰੌਪ ਕਰਨਾ ਹੈ, ਔਰ ਇੱਕ ਇਹ ਵਿਧੀ ਹੈ ਉਹਨੂੰ ਡ੍ਰੌਪ ਕਰਨ ਲਈ। ਆਈ ਥਿੰਕ ਆਫ ਦਿਸ ਐਜ਼ ਅ ਟੂਲ ਟੂ ਡ੍ਰੌਪ that which I am clinging on to and I will never drop otherwise। ਇੱਕ ਛੋਟੀ ਜਿਹੀ ਐਕਸਰਸਾਈਜ਼ ਕਰਨਾ ਤੁਸੀਂ, ਜਦੋਂ ਮਨ ਅਸ਼ਾਂਤ ਹੋਏ ਕੋਨੇ 'ਚ ਬੈਠ ਕੇ ਵਿਚਾਰ ਕਰ ਦਿਓ ਆਪਣੇ ਅੰਤਰ ਵਿੱਚ ਕਿ ਇੱਕ ਦਿਨ ਮੈਂ ਨਹੀਂ ਰਹਿਣਾ, ਔਰ ਇਹਨੂੰ ਅੰਦਰ ਜਾਣ ਦੇਈਏ ਮਨ ਤੱਕ। ਤਾਂ ਸੱਤ ਦਾ ਕੁਛ, ਸੱਤ ਵੱਲ ਜਾਣ ਦੇ ਕੁਝ ਅਸੀਂ ਪੈਰ ਬਣਾ ਲਵਾਂਗੇ, ਸਮ ਮੈਥਡ ਬਣਾ ਲਵਾਂਗੇ, ਸਮ ਐਨਰਜੀ ਇਕੱਠੀ ਕਰ ਲਵਾਂਗੇ ਸੱਤ ਨੂੰ ਲੱਭਣ ਲਈ। ਕਿਉਂਕਿ ਸਭ ਤੋਂ ਪਹਿਲਾਂ ਇਹ ਐਕਸੈਪਟੈਂਸ, ਇਹ ਸੱਤ ਸਾਡੇ ਜੀਵਨ ਦਾ ਰਿਐਲਿਟੀ ਹੈ ਕਿ ਮੈਂ ਮਰ ਰਿਹਾ, ਮੈਂ ਮਰਾਂਗਾ, ਮੇਰੀ ਮੌਤ ਮੇਰੀ ਰਿਐਲਿਟੀ ਹੈ। ਗੁਰੂ ਸਾਹਿਬ ਨੇ ਮੂਲੇ ਕਰਿਆਰ ਨੂੰ ਮੁੱਲ ਦਿੱਤਾ, ਉਹਨੂੰ ਵੈਲਿਊ ਦਿੱਤੀ, ਉਹਨੂੰ ਨਾਲ ਲੈ ਕੇ ਗਏ। ਕਿਉਂ ਦਿੱਤੀ? ਇਹਦੇ 'ਚ ਪੋਟੈਂਸ਼ੀਅਲ ਹੈ। ਤਾਂ ਇਸ ਚੀਜ਼ ਨੂੰ ਅਸੀਂ ਜੀਏ, ਮੂਲਿਆ ਕਰਿਆਰ ਮੈਂ ਬਣ ਜਾਵਾਂ, ਮਰਨਾ ਸੱਚ, ਜੀਣਾ ਝੂਠ। ਤਾਂ ਗੁਰੂ ਨੂੰ ਮਿਲਣ ਲਈ ਮੈਂ ਤਿਆਰ ਹੋ ਸਕਦਾ ਹਾਂ, ਸ਼ਬਦ ਨੂੰ ਆਪਣੇ ਜੀਵਨ ਵਿੱਚ ਉਤਾਰਨ ਲਈ ਮੇਰੀ ਤਿਆਰੀ ਹੋ ਸਕਦੀ ਹੈ। ਇਕਾਗਰ ਮਨ ਕਰਨ ਲਈ ਮੈਂ ਹੁਣ ਮਿਹਨਤ ਕਰਨ ਲਈ ਤਿਆਰ ਹੋ ਸਕਦਾ ਹਾਂ। ਇਹ ਛੋਟੀ ਜਿਹੀ ਐਕਸਰਸਾਈਜ਼ ਕਰਨਾ ਆਪ। ਮੈਂ ਆਪ ਨੂੰ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਮੈਨੂੰ ਅੱਜ ਸ਼ਾਮ ਨੂੰ ਜਦ ਮੈਂ ਵਿਚਾਰਦਾ ਸੀ, ਇਹ ਐਕਸਰਸਾਈਜ਼ ਮੈਂ ਥੋੜੀ ਜਿਹੀ ਉਹਦੇ 'ਚ ਉਤਰ ਗਿਆ, ਕੁਝ ਹੋਰ ਜਿਹਾ ਲੱਗਿਆ, ਜੀਵਨ ਕੁਝ ਫਰਕ ਜਿਹਾ ਲੱਗਦਾ ਹੈ, ਬੜਾ ਪੀਸ ਹੈ ਉੱਥੇ। ਇਹ ਸਟਰਗਲ ਜਿਹੜੀ ਹੈ ਇੱਕ ਮਿੰਟ ਲਈ ਸਭ ਰੁਕ ਜਾਏਗੀ। ਐ ਨਹੀਂ ਮੈਂ ਕਹਿ ਰਿਹਾ ਜੀਵਨ ਵਿੱਚ ਜੀਣਾ ਨਹੀਂ ਹੈ, ਉਸੇ ਤਰ੍ਹਾਂ ਜੀਏ। ਰੇਮਨ ਦੇ ਸਾਨੂੰ ਸ਼ਬਦ ਦੀ ਵਿਚਾਰ ਗਾਈਡੈਂਸ ਪ੍ਰਿੰਸੀਪਲ ਹੈ, ਗੁਰੂ ਸਾਹਿਬ ਨੇ ਜੋ ਦਿੱਤਾ ਉਹ ਸਾਨੂੰ ਗਾਈਡਿੰਗ ਪ੍ਰਿੰਸੀਪਲ ਹੈ। ਪਰ ਮੈਨੂੰ ਲੱਗਦਾ ਅੱਜ ਕਿਉਂਕਿ ਟਾਈਮ ਵੀ ਜ਼ਿਆਦਾ ਹੋਇਆ, ਅੱਜ ਸੱਤ ਤੇ ਹੀ ਗੱਲ ਛੱਡ ਦਿੰਦੇ ਹਾਂ।